ਤਾਂ ਉਧਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਆਖਰੀ ਸੈਸ਼ਨ ਦੇ ਲਾਸਟ ਡੇ ਲਾਸਟ ਸ਼ੋ ਮੌਕੇ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ 'ਚ ਕੀਤੀ ਗਈ ਮਨਮਾਨੀ ਉੱਤੇ ब्रेक लाने ਲਈ फीस रेगुलेशन बिल पेश किया। इस बिल ਨੂੰ ਲੈ ਕੇ खुद मुख्यमंत्री भगवंत मान ने जिथे सरकार की पिठ थापड़ी तो उत्थे विरोधियों ते भी तंज कसिया। सीएम भगवंत मान की दलील यह रही कि हुण प्राइवेट स्कूल अपनी मनमानी नहीं कर सकते। द लास्ट डे लास्ट शो फीस मनमानी ते सियासी ब्लो नहीं चलेगी प्राइवेट स्कूलों की मनमानी। फीस वाली मनमानी ते ब्रेक कि खत्म होवेगा वध फीसा वाला सेक। मन मुताबिक नहीं वधेगी फीस, मापियां दी खत्म होवेगी टीस। हुण वध वसूली तां खैर नहीं। ਤਾਂ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਆਖਰੀ ਸੈਸ਼ਨ ਦੇ ਲਾਸਟ ਡੇ ਲਾਸਟ ਸ਼ੋ ਮੌਕੇ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਫੀਸਾਂ ਦੇ ਵਿੱਚ ਕੀਤੀ ਮਨਮਾਨੀ ਤੇ ਬ੍ਰੇਕ ਲਾਉਣ ਦੇ ਲਈ ਫੀਸ ਰੈਗੂਲੇਸ਼ਨ ਬਿੱਲ ਪੇਸ਼ ਕੀਤਾ। ਇਸ ਬਿੱਲ ਨੂੰ ਲੈ ਕੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਆਪਣੀ ਸਰਕਾਰ ਦੇ ਪਿੱਠ ਥਾਪੜੀ ਤਾਂ ਉੱਥੇ ਵਿਰੋਧੀ ਧਿਰਾਂ ਤੇ ਤਾਬੜਤੋੜ ਤੀਰ ਦਾਗੇ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿੱਲ ਤੇ ਦਲੀਲ ਰਹੀ ਕਿ ਪਹਿਲਾਂ ਜ਼ਮੀਨ, ਪਲਾਟ, ਦੁਕਾਨ ਜਾਂ ਸ਼ੋਰੂਮ ਵਾਲੇ ਨੂੰ ਵੱਡਾ ਮੰਨਿਆ ਜਾਂਦਾ ਸੀ। ਹੁਣ ਇਹ ਦੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਅਤੇ ਪਰਵਰਿਸ਼ ਕਿੱਥੋਂ ਮਿਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੈਂਕ ਬੈਲੈਂਸ ਵਿਜੇ ਮਾਲਿਆ ਚੋਰੀ ਕਰਕੇ ਲੈ ਜਾ ਸਕਦਾ ਹੈ। ਲੋਕਰ ਵਿੱਚੋਂ ਵਿਜੀਲੈਂਸ ਵਾਲੇ ਪੈਸੇ ਕੱਢ ਲੈਂਦੇ ਨੇ ਅਤੇ ਕਹਿੰਦੇ ਨੇ ਕਿ ਇਹ ਗਲਤ ਤਰੀਕੇ ਦੇ ਨਾਲ ਬਣਾਏ ਗਏ ਨੇ। ਪਲਾਟ ਤੇ ਕਬਜ਼ਾ ਹੋ ਸਕਦਾ ਹੈ, ਜ਼ਮੀਨ ਵੇਚੀ ਜਾ ਸਕਦੀ ਹੈ, ਪਰ ਪੜ੍ਹਾਈ ਚੋਰੀ ਨਹੀਂ ਹੋ ਸਕਦੀ। ਸੀਐਮ ਨੇ ਕਿਹਾ ਕਿ ਪੜ੍ਹਾਈ ਦੇ ਮਾਮਲੇ ਦੇ ਵਿੱਚ ਵੀ ਗਰੀਬਾਂ ਦੀਆਂ ਕਿਤਾਬਾਂ ਵੱਖਰੀਆਂ ਹੁੰਦੀਆਂ ਸਨ ਅਤੇ ਅਮੀਰਾਂ ਦੀਆਂ ਕਿਤਾਬਾਂ ਵੱਖਰੀਆਂ। ਗਰੀਬਾਂ ਤੇ ਅਮੀਰਾਂ ਦੇ ਸਕੂਲਾਂ ਦੇ ਵਿੱਚ ਅਧਿਆਪਕ ਵੀ ਵੱਖਰੇ ਹੁੰਦੇ ਸਨ। ਗਰੀਬਾਂ ਦੀ ਪੜ੍ਹਾਈ ਸਿਰਫ ਗਾਈਡਾਂ ਤੇ ਨਿਸ਼ਾਨੀਆਂ ਲਾਉਣ ਤੱਕ ਸੀਮਿਤ ਰਹਿ ਗਈ ਸੀ। ਸਿਰਫ ਮਜਬੂਰ ਮਾਪੇ ਹੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਸਨ। ਸਰਕਾਰੀ ਸਕੂਲ ਦਲੀਆ ਖਵਾਉਣ ਵਾਲੀਆਂ ਇਮਾਰਤਾਂ ਬਣ ਕੇ ਰਹਿ ਗਈਆਂ ਸਨ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਸਕੂਲਾਂ ਦਾ ਕਾਇਆਕਲਪ ਕੀਤਾ। ਪੂਰੀ ਦੁਨੀਆ ਦੇ ਵਿੱਚ ਇਸ ਦੀ ਚਰਚਾ ਹੋਈ। ਜਦੋਂ ਅਮਰੀਕਾ ਦੇ ਰਾਸ਼ਟਰਪਤੀ ਭਾਰਤ ਆਏ ਤਾਂ ਉਹਨਾਂ ਦੀ ਪਤਨੀ ਨੇ ਸਕੂਲ ਦੇਖਣ ਦੀ ਇੱਛਾ ਜਤਾਈ। ਇਸ ਲਈ ਅਰਵਿੰਦ ਕੇਜਰੀਵਾਲ ਤੋਂ ਸਕੂਲਾਂ ਦੀਆਂ ਚਾਬੀਆਂ ਲੈਣੀਆਂ ਪਈਆਂ। ਸੀਐਮ ਨੇ ਕਿਹਾ ਕਿ ਇਸ ਬਿੱਲ ਤੇ ਗਵਰਨਰ ਸਾਹਿਬ ਨੇ ਪਹਿਲਾਂ ਹੀ ਦਸਤਖਤ ਕਰ ਦਿੱਤੇ ਸਨ। ਸੂਬੇ ਦੇ ਵਿੱਚ ਕਰੀਬ 7800 ਸਕੂਲ ਨੇ। ਇਹਨਾਂ ਦੇ ਵਿੱਚ 32 ਲੱਖ ਦੇ ਕਰੀਬ ਬੱਚੇ ਪੜ੍ਹਦੇ ਨੇ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਤੋਂ ਹਾਲ ਪੁੱਛ ਕੇ ਦੇਖੋ। ਸਕੂਲ ਵਾਲੇ ਕੋਈ ਨਾ ਕੋਈ ਬਹਾਨਾ ਬਣਾਈ ਰੱਖਦੇ ਨੇ। ਇਸ ਲਈ ਇਹ ਬਿੱਲ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਨੂੰ ਬੋਲਣ ਦਾ ਡੈਮੋਕ੍ਰੈਟਿਕ ਹੱਕ ਹੈ, ਪਰ ਫਜ਼ੂਲ ਜਾਂ ਫਿਰ ਭਵਿੱਖ ਦੀ ਚਿੰਤਾ ਨਾ ਕਰਨ। ਉਹਨਾਂ ਕਿਹਾ ਕਿ ਬਿੱਲ ਲੈ ਕੇ ਆਉਣ ਦੇ ਲਈ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਫੋਰੈਂਸਿਕ ਆਡਿਟ ਕਰਵਾਏਗੀ। ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੇ ਵਿੱਚ 15% ਤੋਂ ਵੱਧ ਫੀਸ ਵਧਾਈ ਹੈ ਉਹ ਵਾਪਸ ਕੀਤੀ ਜਾਏਗੀ। ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਵੀ ਪਹਿਲਾਂ ਅਜਿਹਾ ਕੀਤਾ ਜਾ ਚੁੱਕਿਆ ਹੈ। ਇਹੀ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਰਹੇਗੀ ਤਾਂ ਉਹ ਸਾਡੇ ਬੱਚਿਆਂ ਦਾ ਭਵਿੱਖ ਕਿਵੇਂ ਬਣਾਉਣਗੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਬੱਚੀ ਨੇ ਖੁਦਕੁਸ਼ੀ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਉਸ ਨੂੰ ਫੀਸ ਦੇ ਲਈ ਤੰਗ ਕੀਤਾ ਗਿਆ ਸੀ। ਉਸ ਨੂੰ ਸਕੂਲ ਦੇ ਪਿਛਲੇ ਪਾਸੇ ਖੜਾ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਵੇਲੇ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਧਾਂਦਲੀ ਹੋਈ ਤਾਂ ਕਿੰਨੇ ਬੱਚਿਆਂ ਦਾ ਭਵਿੱਖ ਖਰਾਬ ਹੋ ਗਿਆ। ਕਾਲਜਾਂ ਨੇ ਡੀਐਮਸੀ ਰੋਕ ਦਿੱਤੀ। ਸਕੂਲ ਵਾਲੇ ਕਹਿੰਦੇ ਨੇ ਕਿ ਵਰਦੀ ਸੰਬੰਧਿਤ ਦੁਕਾਨਾਂ ਤੋਂ ਹੀ ਖਰੀਦਣੀ ਹੈ। ਉਹਨਾਂ ਕਿਹਾ ਕਿ ਬੱਚਿਆਂ ਨੂੰ ਪੜਾਉਣ ਦਾ ਮਤਲਬ ਇਹ ਨਹੀਂ ਕਿ ਹਰ 10 ਦਿਨ ਬਾਅਦ ਮਾਪਿਆਂ ਦੇ ਕੋਲ ਕਿਸ਼ਤ ਦੀ ਮੰਗ ਆਉਂਦੀ ਰਹੇ। ਬੈਂਕ ਬੈਲੈਂਸ ਤੁਹਾਡਾ ਕੋਈ ਵਿਜੇ ਮਾਲਿਆ ਚੋਰੀ ਕਰਕੇ ਲੈ ਕੇ ਜਾ ਸਕਦਾ ਹੈ। ਲੋਕਰ ਚੋਂ ਵਿਜੀਲੈਂਸ ਵਾਲੇ ਪੈਸੇ ਕਢਾ ਲੈਂਦੇ ਆ ਜੇ ਕੋਈ ਗਲਤ ਤਰੀਕੇ ਨਾਲ ਬਣਾਏ ਹੋਏ ਨੇ। ਪਲਾਟ ਤੇ ਕਬਜ਼ਾ ਹੋ ਸਕਦਾ ਹੈ। ਜ਼ਮੀਨ ਤੇ ਕੋਈ ਹੋਰ ਵੇਚੀ ਵੀ ਜਾ ਸਕਦੀ ਹੈ, ਵਿਕ ਜਾਂਦੀ ਹੈ ਜ਼ਮੀਨ ਤਾਂ ਕਦੇ ਕਿਸੇ ਕੋਲੇ ਕਦੇ ਕਿਸੇ ਕੋਲੇ। ਪਰ ਇੱਕ ਚੀਜ਼ ਹੈ ਜਿਹੜੀ ਪੜ੍ਹਾਈ ਉਹ ਚੋਰੀ ਨਹੀਂ ਹੋ ਸਕਦੀ। ਜਿੱਥੇ ਵੀ ਜਾਓਗੇ ਤੁਹਾਡੇ ਨਾਲ ਜਾਓਗੇ। ਉਹ ਬਿੱਲ ਰਾਹੀਂ ਜਿਹੜਾ ਕਿ ਗਵਰਨਰ ਸਾਹਿਬ ਨੇ ਤਾਂ ਪਹਿਲਾਂ ਹੀ ਸਾਈਨ ਕਰਤਾ ਸੀਗਾ ਇਹਦੇ 'ਚ ਜਦੋਂ ਇਹਨੂੰ ਆਰਡੀਨੈਂਸ ਦੇ ਰੂਪ 'ਚ ਜਾਰੀ ਕੀਤਾ ਸੀ। 7800 ਦੇ ਲਗਭਗ, ਜਿਸ ਤਰ੍ਹਾਂ ਹੈਨੀਰ ਸਾਹਿਬ ਨੇ ਕਿਹਾ 7800 ਦੇ ਲਗਭਗ ਪ੍ਰਾਈਵੇਟ ਸਕੂਲ ਨੇ। 32 ਲੱਖ ਦੇ ਕਰੀਬ ਬੱਚੇ ਪੜ੍ਹਦੇ ਆ। ਤੇ ਤੁਸੀਂ ਹਾਲਤ ਪੁੱਛ ਕੇ ਦੇਖੋ ਉਹਨਾਂ ਮਾਪਿਆਂ ਦੀ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ 'ਚ ਪੜ੍ਹਦੇ ਆ। ਕੋਈ ਨਾ ਕੋਈ ਫੀਸ ਆ ਹੀ ਰਹਿੰਦੀ ਹੈ, ਕੋਈ ਨਾ ਕੋਈ ਬਹਾਨਾ ਪੈਸੇ ਲੈਣ ਦਾ ਘੜੀ ਰੱਖਦੇ ਆ। ਬਈ ਵਿਦਿਆ ਨੂੰ ਤਾਂ ਮਨੁੱਖ ਦਾ ਤੀਜਾ ਨੇਤਰ ਕਿਹਾ ਗਿਆ। ਸੋ ਇਸ ਕਰਕੇ ਬਹੁਤ ਵੱਡੀ ਰਾਹਤ ਮਾਪਿਆਂ ਨੂੰ ਮਿਲੂਗੀ। 5% ਦੀ ਕੈਪ ਲਾਈ ਹੈ। ਜਿਹੜੇ ਸਕੂਲਾਂ ਨੇ ਅਸੀਂ ਫੋਰੈਂਸਿਕ ਆਡਿਟ ਕਰਾਵਾਂਗੇ, ਜਿਹੜੇ ਸਕੂਲਾਂ ਨੇ ਪਿਛਲੇ 3 ਸਾਲ 'ਚ 15% ਤੋਂ ਵੱਧ ਫੀਸ ਵਧਾਈ ਹੈ ਤਾਂ ਜਿਹੜਾ ਉੱਪਰ ਵਾਧਾ ਹੈ ਉਹ ਵਾਪਸ ਕਰਨਾ ਪਊਗਾ।
ਬਿਲਕੁਲ ਵਾਪਸ ਕਰਨਾ ਪਊਗਾ। ਮੈਂ ਇਸ ਮੁਕੱਦਸ ਹਾਊਸ ਦੇ ਵਿੱਚ ਖੜ ਕੇ ਬੋਲ ਰਿਹਾ ਜ਼ਿੰਮੇਵਾਰੀ ਨਾਲ ਕਿ ਵਾਪਸ ਕਰਨਾ ਪਊਗਾ। ਪਹਿਲਾਂ ਦਿੱਲੀ 'ਚ ਵਾਪਸ ਹੋਈਆਂ ਫੀਸਾਂ, ਇਹ ਬਿੱਲ ਬੜਾ ਇੰਪੋਰਟੈਂਟ ਹੈ। ਇਹਦੇ ਵਿੱਚੋਂ ਮੈਂ ਚਾਹੁੰਦਾ ਕਿ ਵਿਰੋਧੀ ਪਾਰਟੀਆਂ ਹੱਕ ਹੈ ਉਹਨਾਂ ਦਾ ਬੋਲਣ ਦਾ, ਡੈਮੋਕ੍ਰੈਟਿਕ ਰਾਈਟ ਹੈ, ਪਰ ਐਵੇਂ ਫਾਲਤੂ ਦੀਆਂ ਭਵਿੱਖ ਦੀਆਂ ਚਿੰਤਾਵਾਂ ਨਾ ਕਰਨ ਕਿ ਦੇਖੋ ਇਹ ਰੈਗੂਲੇਟਰੀ ਬੋਰਡ ਤੋਂ ਕੰਮ ਨਹੀਂ ਹੋਣਾ, ਇਹਨਾਂ ਤੋਂ ਫਿਰ ਐਂ ਹੋ ਜਾਊਗਾ, ਫਿਰ ਐਂ ਹੋ ਜਾਊਗਾ। ਧੰਨਵਾਦ ਕਰ ਦੋ ਕਿ ਐਂ ਪਹਿਲਾਂ ਬਿੱਲ ਤਾਂ ਲਿਆਂਦਾ, ਫਿਰ ਕਹਿੰਦੇ ਪੌਣੇ 5 ਸਾਲ ਬਾਅਦ, ਫਿਰ ਸਰਕਾਰ ਬੰਦ ਕਰ ਦਈਏ ਜੀ ਪੌਣੇ 5 ਸਾਲ ਹੋ ਗਏ। ਕੰਮ ਤਾਂ ਕਰਨੀ ਨੇ ਪੌਣੇ 5 ਸਾਲ ਬਾਅਦ ਕਿਉਂ? ਇਹਨਾਂ ਨੂੰ ਪੁੱਛੋ ਚੰਨੀ ਜੀ ਦੀ 111 ਦਿਨ ਸਰਕਾਰ ਰਹੀ ਹੈ, ਕਿੰਨੇ ਬਿੱਲ ਲਿਆਂਦੇ, ਕਿੰਨੇ ਕਦੇ ਆਹ ਮਾਫ ਕਰਤਾ, ਕਦੇ ਉਹ ਕਰਤਾ। ਅੱਛਾ ਤੁਹਾਡੀ ਵਾਰੀ ਫਿਰ ਪੌਣੇ 5 ਸਾਲ ਨਹੀਂ ਆਉਂਦੇ ਹੈ, ਇਹ ਸਾਡੀ ਵਾਰੀ ਆ ਗਈ। ਹਾਲਾਂਕਿ ਫੀਸ ਰੈਗੂਲੇਸ਼ਨ ਬਿੱਲ ਦੇ ਨਵੇਂ ਨਿਯਮ ਤਹਿਤ ਹੁਣ ਕੋਈ ਵੀ ਗੈਰ ਸਹਾਇਤਾ ਪ੍ਰਾਪਤ ਨਿੱਜੀ ਸਕੂਲ 1 ਸਾਲ ਦੇ ਵਿੱਚ 5% ਤੋਂ ਵੱਧ ਫੀਸ ਨਹੀਂ ਵਧਾ ਸਕੇਗਾ। ਇਸ ਤੋਂ ਪਹਿਲਾਂ ਸਕੂਲਾਂ ਨੂੰ 8% ਤੱਕ ਫੀਸ ਵਧਾਉਣ ਦੀ ਇਜਾਜ਼ਤ ਸੀ, ਪਰ ਕਈ ਸਕੂਲ ਇਸ ਤੋਂ ਵੀ ਵੱਧ ਫੀਸ ਵਧਾ ਦਿੰਦੇ ਸਨ, ਜਿਸ ਸੰਬੰਧੀ ਪ੍ਰਸ਼ਾਸਨ ਦੇ ਕੋਲ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਜੇਕਰ ਕਿਸੇ ਸਕੂਲ ਦੀ ਸਾਲਾਨਾ ਫੀਸ 8,200 ਰੁਪਏ ਹੈ ਤਾਂ 5% ਵਾਧੇ ਤੋਂ ਬਾਅਦ ਫੀਸ ਦੇ ਵਿੱਚ 410 ਰੁਪਏ ਦਾ ਇਜ਼ਾਫਾ ਹੋਏਗਾ। ਇਸ ਤਰ੍ਹਾਂ ਅਗਲੇ ਅਕਾਦਮਿਕ ਸੈਸ਼ਨ ਦੇ ਲਈ ਕੁੱਲ ਫੀਸ 8,610 ਰੁਪਏ ਹੋ ਜਾਏਗੀ। ਸਰਕਾਰ ਦੇ ਮੁਤਾਬਿਕ ਇਹ ਸੀਮਾ ਸਿਰਫ ਟਿਊਸ਼ਨ ਫੀਸ ਤੱਕ ਹੀ ਸੀਮਿਤ ਨਹੀਂ ਹੋਏਗੀ। ਸਕੂਲ ਵੱਲੋਂ ਲਏ ਜਾਣ ਵਾਲੇ ਹੋਰ ਲਾਜ਼ਮੀ ਚਾਰਜ ਜਿਵੇਂ ਕਿ ਬਿਲਡਿੰਗ ਫੰਡ, ਡਿਵੈਲਪਮੈਂਟ ਫੰਡ ਅਤੇ ਸਾਲਾਨਾ ਫੀਸ ਵੀ ਇਸ ਦੇ ਵਿੱਚ ਸ਼ਾਮਿਲ ਹੋਣਗੇ। ਕੁੱਲ ਫੀਸ ਦੇ ਵਿੱਚ ਵਾਧਾ 5% ਤੋਂ ਵੱਧ ਨਹੀਂ ਹੋ ਸਕੇਗਾ। ਅਜਿਹੇ ਮਾਮਲਿਆਂ ਦੀ ਜਾਂਚ ਦੇ ਲਈ ਸਰਕਾਰ ਦੇ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਡਿਵੀਜ਼ਨਲ ਕਮਿਸ਼ਨਰ, 2 DEO, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਇੱਕ ਵਿੱਤੀ ਮਾਹਿਰ ਸ਼ਾਮਿਲ ਹੋਣਗੇ। ਫੀਸ ਵਧਾਉਣ ਤੋਂ ਘੱਟੋ ਘੱਟ 6 ਮਹੀਨੇ ਪਹਿਲਾਂ ਸਕੂਲ ਨੂੰ ਕਮੇਟੀ ਦੇ ਕੋਲ ਅਰਜ਼ੀ ਦੇਣੀ ਹੋਏਗੀ ਅਤੇ ਦੱਸਣਾ ਹੋਏਗਾ ਕਿ ਫੀਸ ਵਧਾਉਣ ਦੀ ਲੋੜ ਕਿਉਂ ਪਈ ਹੈ। ਉਦਾਹਰਣ ਵਜੋਂ ਜੇਕਰ ਸਕੂਲ ਨੇ ਕੋਈ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਜਾਂ ਨਵੀਂ ਇਮਾਰਤ ਬਣਾਈ ਹੈ ਤਾਂ ਉਸ ਦਾ ਪੂਰਾ ਵੇਰਵਾ ਦੇਣਾ ਲਾਜ਼ਮੀ ਹੋਏਗਾ। ਹਾਲਾਂਕਿ ਸਿਰਫ ਅਰਜ਼ੀ ਦੇਣ ਦੇ ਨਾਲ ਹੀ ਸਕੂਲ ਨੂੰ ਫੀਸ ਵਧਾਉਣ ਦੀ ਮਨਜ਼ੂਰੀ ਨਹੀਂ ਮਿਲੇਗੀ। ਫੀਸ ਦੇ ਵਿੱਚ ਵਾਧਾ ਕੀਤਾ ਜਾਵੇ ਜਾਂ ਨਹੀਂ, ਇਸ ਦਾ ਫੈਸਲਾ ਕਮੇਟੀ ਕਰੇਗੀ। ਕਮੇਟੀ ਵੀ ਸਿੱਧਾ ਫੈਸਲਾ ਨਹੀਂ ਲਵੇਗੀ, ਸਗੋਂ ਪਹਿਲਾਂ ਸੰਸਥਾ ਦਾ ਵਿੱਤੀ ਆਡਿਟ ਕਰਵਾਇਆ ਜਾਏਗਾ। ਆਡਿਟ ਰਿਪੋਰਟ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਅਤੇ ਅੰਤਿਮ ਫੈਸਲਾ ਲਿਆ ਜਾਏਗਾ। ਅਤੇ ਹੁਣ ਇਹ ਬਿੱਲ ਸਦਨ ਅੰਦਰ ਪਾਸ ਹੋ ਚੁੱਕਿਆ ਹੈ ਤੇ ਸਰਕਾਰ ਦਾ ਸੁਨੇਹਾ ਸਾਫ਼ ਹੈ ਕਿ ਪ੍ਰਾਈਵੇਟ ਸਕੂਲਾਂ ਦਾ ਮਨਮਾਨੀ ਵਾਲਾ ਤੰਤਰ ਨਹੀਂ ਚੱਲੇਗਾ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।